ਫਿਜ਼ੀਓ ਫਰਿੰਜਸ ਜਾਂ ਫਰਿੰਜਸ ਆਫ ਇਕੁਅਲ ਥਿਕਨੈਸ। ਲਾਸਟ ਦੇ ਵਿੱਚ ਡਿਸਕਸ ਕੀਤਾ ਸੀ ਫਾਰਮੇਸ਼ਨ ਆਫ ਇੰਟਰਫੇਅਰੈਂਸ ਪੈਟਰਨ ਬਾਈ ਫਿਲਮ ਆਫ ਸੇਮ ਥਿਕਨੈਸ। ਫਿਲਮ ਜਿਹੜੀ ਯੂਜ਼ ਕੀਤੀ ਸੀ ਜਿਸ ਦੇ ਨਾਲ ਇੰਟਰਫੇਅਰੈਂਸ ਪੈਟਰਨ ਫਾਰਮ ਹੋ ਰਿਹਾ ਉਸ ਦੀ ਥਿਕਨੈਸ ਬਿਲਕੁਲ ਸੇਮ ਸੀ। ਜੇ ਫਿਲਮ ਦੀ ਥਿਕਨੈਸ ਹੈਗੀ ਹੈ ਵੇਰੀ ਕਰਾਂਗੇ ਤਾਂ ਪਾਥ ਡਿਫਰੈਂਸ ਵੇਰੀ ਕਰੇਗਾ ਈਵਨ ਵਿਦਾਊਟ ਵੇਰਿੰਗ ਦਾ ਐਂਗਲ ਆਫ ਇੰਸੀਡੈਂਸ ਜਾਂ ਐਂਗਲ ਆਫ ਰਿਫਰੈਕਸ਼ਨ। ਹੁਣ ਡੈਲਟਾ ਹੈਗਾ ਜਿਹੜਾ 2 cos r ਦੇ ਇਕੁਅਲ ਹੈ। ਅਗਰ r ਹੈਗਾ ਜਿਹੜਾ ਉਹ ਕੌਨਸਟੈਂਟ ਹੈ, ਠੀਕ ਹੈ, ਅਤੇ ਟੀ ਹੈ ਥਿਕਨੈਸ, ਉਸ ਨੂੰ ਵੇਰੀ ਕਰਾਂਗੇ ਤਾਂ ਪਾਥ ਡਿਫਰੈਂਸ ਵੀ ਕੀ ਕਰੇਗਾ, ਵੇਰੀ ਕਰੇਗਾ। ਤਾਂ ਫਰਿੰਜਸ ਜਿਹੜੀਆਂ ਬਣ ਰਹੀਆਂ, ਫਰਿੰਜ ਪੈਟਰਨ ਵਿਲ ਬੀ ਐਸੋਸੀਏਟਡ ਵਿਦ ਅ ਪਰਟੀਕੂਲਰ ਥਿਕਨੈਸ ਆਫ ਦਾ ਫਿਲਮ। ਇਸ ਰੀਜ਼ਨ ਦੇ ਕਾਰਨ ਜਿਹੜੀਆਂ ਫਰਿੰਜਸ ਹੈਗੀਆਂ ਉਸ ਫਿਲਮ ਦੇ ਵਿੱਚ ਜਿਸ ਦੀ ਥਿਕਨੈਸ ਸੇਮ ਹੈ ਉਸ ਨੂੰ ਕਹਾਂਗੇ ਫਰਿੰਜਸ ਆਫ ਇਕੁਅਲ ਥਿਕਨੈਸ ਜਾਂ ਫਿਜ਼ੀਓ ਫਰਿੰਜਸ, ਠੀਕ ਹੈ। ਅਗਰ ਤੁਹਾਡੇ ਕੋਲ ਵੈਜ ਸ਼ੇਪਡ ਹੈ, ਠੀਕ ਹੈ, ਵੈਜ ਸ਼ੇਪਡ ਹੈਗੀ ਹੈ, ਦੈਨ ਆਪਣੇ ਕੋਲ ਥਿਕਨੈਸ ਹੈ ਜਿਹੜੀ ਫਿਲਮ ਦੀ ਉਹ ਵੇਰੀ ਕਰ ਰਹੀ ਹੈ। ਤਾਂ ਫਰਿੰਜਸ ਜਿਹੜੀਆਂ ਫਾਰਮਡ ਬਣ ਰਹੀਆਂ ਲੋਕਲਾਈਜ਼ਡ। ਨੈਕਸਟ ਹੈ ਨੋਨ ਰਿਫਲੈਕਟਿੰਗ ਫਿਲਮ। ਇਸ ਦੇ ਵਿੱਚ ਕੋਈ ਵੀ ਥਿਨ ਲੇਅਰ ਹੈਗੀ ਹੈ ਟਰਾਂਸਪੇਰੈਂਟ ਮੀਡੀਅਮ ਦੀ, ਉਹ ਕੋਟ ਕਰਨੀ ਹੈ ਸਰਫੇਸ ਆਫ ਲੈਂਸ ਜਾਂ ਕੋਈ ਵੀ ਸਲੈਬ ਦੇ ਉੱਪਰ। ਤਾਂ ਇੱਥੇ ਜਿਹੜੀ ਰਿਫਲੈਕਸ਼ਨ ਹੈਗੀ ਹੈ ਲਾਈਟ ਦੀ ਉਸ ਨੂੰ ਮਿਨੀਮਾਈਜ਼ਡ ਕਰਾਂਗੇ, ਠੀਕ ਹੈ। ਅਤੇ ਉਹ ਵਾਲਾ ਫਿਨੋਮੀਨਾ ਹੈਗਾ ਜਾਂ ਫਿਲਮ ਹੈ ਉਸ ਨੂੰ ਇਜ਼ ਕਾਲਡ ਨੋਨ ਰਿਫਲੈਕਟਿੰਗ ਔਰ ਐਂਟੀ ਰਿਫਲੈਕਟਿੰਗ ਫਿਲਮ। ਕੋਈ ਵੀ ਸਲੈਬ ਹੈ, ਸਲੈਬ ਦੇ ਉੱਪਰ ਇੱਕ ਥਿਨ ਲੇਅਰ ਰੱਖਣੀ ਹੈ ਕਿਸੇ ਵੀ ਟਰਾਂਸਪੇਰੈਂਟ ਮੀਡੀਅਮ ਦੀ, ਤਾਂ ਜੋ ਜਿਹੜੀ ਰਿਫਲੈਕਸ਼ਨ ਆਫ ਲਾਈਟ ਹੈ ਉਸ ਨੂੰ ਮਿਨੀਮਾਈਜ਼ ਕਰ ਸਕੀਏ। ਉਹ ਵਾਲੀ ਫਿਲਮ ਨੂੰ ਕਹਾਂਗੇ ਨੋਨ ਰਿਫਲੈਕਟਿੰਗ ਔਰ ਐਂਟੀ ਰਿਫਲੈਕਟਿੰਗ ਫਿਲਮ। ਉਸ ਤੋਂ ਬਾਅਦ ਹੈ ਕਿ ਥਿਕਨੈਸ ਆਫ ਦਾ ਨੋਨ ਰਿਫਲੈਕਟਿੰਗ ਫਿਲਮ। ਇਹ ਜਿਹੜੀ ਨੋਨ ਰਿਫਲੈਕਟਿੰਗ ਫਿਲਮ ਹੈਗੀ ਹੈ ਉਸ ਦੀ ਥਿਕਨੈਸ ਫਾਈਂਡ ਆਊਟ ਕਰਾਂਗੇ। ਇਹ ਵਾਲੀ ਜਿਹੜੀ ਉੱਪਰ ਪਲੇਸ ਕੀਤੀ ਹੈ ਕੋਈ ਵੀ ਗਲਾਸ ਸਲੈਬ ਦੇ ਉੱਪਰ, ABCD ਕੋਈ ਵੀ ਗਲਾਸ ਸਲੈਬ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਕੋਈ ਵੀ CDEF ਜਿਹੜੀ ਥਿਨ ਲੇਅਰ ਹੈਗੀ ਆ ਉਹ ਰੱਖੀ ਹੋਈ ਹੈ ਜਿਸ ਦਾ ਜਿਹੜਾ ਮਟੀਰੀਅਲ ਟਰਾਂਸਪੇਰੈਂਟ ਹੈ। ਅਗਰ ਫਿਲਮ ਦਾ ਟਰਾਂਸਪੇਰੈਂਟ ਰਿਫਰੈਕਟਿਵ ਇੰਡੈਕਸ NF ਹੈ, ਠੀਕ ਹੈ, ਇਹ ਵਾਲੀ ਦਾ NF ਹੈ ਅਤੇ ਇਹ ਵਾਲੀ ਦਾ ਹੈਗਾ NS। ਤਾਂ ਰਿਫਰੈਕਟਿਵ ਇੰਡੈਕਸ of the medium from which the ray OA is incident on the film may be assumed to be NI। ਆਹ ਵਾਲੀ OA ਰੇ ਜਿਹੜੀ ਇੰਸੀਡੈਂਟ ਕਰ ਰਹੀ ਹੈ ਇਹ ਵਾਲੀ ਫਿਲਮ ਦੇ ਉੱਪਰ, ਇਸ ਦਾ ਇੰਸੀਡੈਂਟ ਰੇ ਦਾ ਰਿਫਰੈਕਟਿਵ ਇੰਡੈਕਸ ਨੂੰ ਡਿਨੋਟ ਕਰਾਂਗੇ NI ਦੇ ਨਾਲ। ਅਤੇ ਰੇ ਹੈਗੀ ਹੈ ਜਿਹੜੀ ਉਹ ਦੋ ਪਾਰਟਸ ਦੇ ਵਿੱਚ ਸਪਲਿਟ ਹੋਏਗੀ। ਉਹ A ਪੁਆਇੰਟ ਤੋਂ ਇੰਸੀਡੈਂਟ ਕੀਤੀ, A ਪੁਆਇੰਟ ਤੋਂ ਰੇ ਦੋ ਪਾਰਟਸ ਦੇ ਵਿੱਚ ਸਪਲਿਟ ਹੋਏਗੀ। ਇੱਕ ਪਾਰਟ ਤਾਂ AD ਦੇ ਅਲੋਂਗ ਰੀਫਲੈਕਟ ਹੋਏਗਾ ਅਤੇ ਦੂਜਾ ਪਾਰਟ ਹੈਗਾ ਜਿਹੜਾ ਰੀਫਰੈਕਟ ਹੋਏਗਾ ਐਟ B ਪੁਆਇੰਟ ਦੇ ਉੱਪਰ। ਇਹ ਵਾਲਾ ਜਿਹੜਾ B ਪੁਆਇੰਟ ਹੈ ਇਸ ਤੋਂ ਫਿਰ ਲਾਈਟ ਦੀ ਰਿਫਲੈਕਸ਼ਨ ਹੋਣੀ ਹੈ। ਰਿਫਲੈਕਸ਼ਨ ਤੋਂ ਬਾਅਦ ਉਸਦਾ ਪਾਰਟ ਫਿਰ ਰੀਫਰੈਕਟ ਹੋਏਗਾ AD, ਅਤੇ ਇਹ ਵਾਲੀਆਂ ਜਿਹੜੀਆਂ ਦੋ ਰੇਜ਼ ਹੈਗੀਆਂ MC ਦੋਨੋਂ ਪੈਰਲਲ ਹੈ ਅਤੇ ਦੋਨੋਂ ਰੇਜ਼ ਨੂੰ ਸੁਪਰ ਇੰਪੋਜ਼ ਕਰਾਂਗੇ ਡਿਊ ਟੂ ਫੋਕਸਿੰਗ ਬਾਈ ਦਾ ਆਈ ਲੈਂਸ ਦੇ ਨਾਲ ਫੋਕਸ ਕਰਨ 'ਤੇ। ਇਹ ਵਾਲੀ ਜਿਹੜੀ ਟਰਾਂਸਪੇਰੈਂਟ ਮਟੀਰੀਅਲ ਦੀ ਸਲੈਬ ਹੈ ਜਿਹੜੀ ਪਲੇਸ ਕੀਤੀ ਹੋਈ ABCD ਦੇ ਉੱਪਰ, ਇਸ ਦੀ ਥਿਕਨੈਸ T ਹੈ। ਤਾਂ NS ਗ੍ਰੇਟਰ ਦੈਨ ਹੋਏਗਾ NF ਦੇ ਨਾਲੋਂ ਅਤੇ NF ਗ੍ਰੇਟਰ ਦੈਨ ਹੋਏਗਾ NI ਦੇ ਨਾਲੋਂ। A ਅਤੇ B, A ਪੁਆਇੰਟ ਅਤੇ B ਪੁਆਇੰਟ ਤੋਂ ਜਿਹੜੀਆਂ ਰਿਫਲੈਕਸ਼ਨਸ ਅਕਰ ਹੋ ਰਹੀਆਂ ਉਹ ਕਿਹੜੇ ਆ, ਡੈਂਸਰ ਮੀਡੀਅਮ ਤੋਂ ਹੋ ਰਹੀਆਂ। ਇਸੇ ਕਾਰਨ ਰਿਫਲੈਕਸ਼ਨ ਦੇ ਕਾਰਨ ਜਿਹੜਾ ਫੇਜ਼ ਡਿਫਰੈਂਸ ਆ ਇੰਟਰੋਡਿਊਸ ਕਰੇਗਾ AD ਅਤੇ MC ਦੇ ਵਿਚਕਾਰ ਪਾਈ ਇਜ਼ ਇਕਵਲਸ ਟੂ 2π, ਠੀਕ ਹੈ। ਇਹ ਇਕੁਵਲੈਂਟ ਕਿਸ ਦੇ ਹੈਗੇ, ਜ਼ੀਰੋ ਫੇਜ਼ ਡਿਫਰੈਂਸ ਦੇ। ਤਾਂ ਨੈੱਟ ਫੇਜ਼ ਡਿਫਰੈਂਸ ਲਾਸਟ ਦੇ ਵਿੱਚ ਕੈਲਕੂਲੇਟ ਕੀਤਾ ਸੀ ਆਰਟੀਕਲ ਦੇ ਵਿੱਚ AD ਅਤੇ MC, ਉਹਨਾਂ ਦੋਨਾਂ ਦਾ ਜਿਹੜਾ ਪਾਥ ਡਿਫਰੈਂਸ ਹੈ ਉਹ ਹੈਗਾ ਡੈਲਟਾ ਇਜ਼ ਇਕਵਲਸ ਟੂ 2NT cos R। R ਐਂਗਲ ਹੈਗਾ ਰਿਫਰੈਕਸ਼ਨ ਐਟ A ਦੇ ਉੱਪਰ ਅਤੇ N ਹੈਗਾ ਰਿਫਰੈਕਟਿਵ ਇੰਡੈਕਸ ਆਫ ਦਾ ਫਿਲਮ ਵਿਦ ਰਿਸਪੈਕਟ ਟੂ ਮੀਡੀਅਮ ਫਰੋਮ ਵਿਚ ਰੇ OA ਇਜ਼ ਇੰਸੀਡੈਂਟ। N ਦੀ ਵੈਲਿਊ ਆ ਜਾਏਗੀ NF/NI। ਤਾਂ N ਦੀ ਵੈਲਿਊ ਇਸ ਇਕੁਏਸ਼ਨ ਦੇ ਵਿੱਚ ਸਬਸਟੀਟਿਊਟ ਕਰਾਂਗੇ ਦੈਨ ਡੈਲਟਾ ਇਜ਼ ਇਕਵਲਸ ਟੂ 2NF/NI ਇੰਟੂ T cos R। ਅਗਰ ਜਿਹੜੀ ਲਾਈਟ ਇੰਸੀਡੈਂਟ ਕੀਤੀ ਉਹ ਏਅਰ ਤੋਂ ਹੈ ਮੀਨਸ NI ਹੈਗਾ ਜਿਹੜਾ 1 ਪੁੱਟ ਕਰਾਂਗੇ ਦੈਨ ਡੈਲਟਾ ਇਜ਼ ਇਕਵਲਸ ਟੂ 2NF/T cos R। ਅਗਰ ਜਿਹੜੀ ਲਾਈਟ ਹੈਗੀ ਹੈ ਉਹ ਨੋਰਮਲ ਇੰਸੀਡੈਂਸ ਕਰ ਰਹੀ ਹੈ
ਤੇ ਐਂਗਲ ਹੈਗਾ ਜਿਹੜਾ ਰੀਫਰੈਕਸ਼ਨ ਦਾ ਉਹ 0 ਦੇ ਇਕੁਅਲ ਹੈ, ਤਾਂ cos r ਦੀ ਵੈਲਿਊ 1 ਆ ਜਾਏਗੀ। ਦੈਨ ਡੈਲਟਾ ਇਜ਼ ਇਕੁਅਲਸ ਟੂ 2NF ਇੰਟੂ ਟੀ। AD ਤੇ MC ਦੋਨੋਂ ਪੈਰਲਲ ਰੇਜ਼ अगर डिस्ट्रक्टिवली इंटरफेरेंस हो रही हैं दैन वैल्यू आ जाएगी डेल्टा इज इक्वल्स टू 2π + 1 इंटू लैम्डा नॉट अपॉन टी। पी की वैल्यू वेरी करांगे 0 1 2 3 अप टू सो वन, तो लैम्डा नॉट है वेवलेंथ ऑफ लाइट इन द मीडियम फ्रॉम विच इट इज़ इंसीडेंट। तो मिनीमम वैल्यू हैगी जी पाथ डिफरेंस की वो कदों जो पी की वैल्यू 0 पुट करांगे, पी की वैल्यू 0 पुट करांगे दैन वैल्यू आ जाएगी डेल्टा इज इक्वल्स टू लैम्डा नॉट अपॉन 2। ए वाली इक्वेशन तो ए वाली इक्वेशन दोनों को कंपेयर करांगे दैन लैम्डा नॉट इज इक्वल्स टू 2NF इंटू टी। अगर लैम्डा एफ वेवलेंथ हैगी लाइट की द मटीरियल ऑफ द फिल्म दैन लैम्डा नॉट इज इक्वल्स टू NF इंटू लैम्डा एफ। लैम्डा नॉट की वैल्यू सबस्टिट्यूट करांगे then 2NFT is equals to NF into lambda F upon 2, then 2T is equals to lambda F upon 2 and T is equals to lambda F upon 4। ये थिकनेस हैगी फिल्म की lambda F upon 4। इतों कोई भी जी लाइट है, कोई भी लाइट हैगी वो कोई भी रिफ्लैक्ट नहीं होएगी, ਜਿਹੜੀ इंसीडेंट कर रही है उसका जोड़ा कुछ पार्ट है तो वो वाली जी लेयर है ट्रांसपेरेंट मटीरियल एक्ट करेगी नॉन रिफ्लैक्टिंग फिल्म की तरह। नैक्सट है रिफ्रैक्टिव इंडैक्स ऑफ द नॉन रिफ्लैक्टिंग फिल्म। रिफ्रैक्टिव इंडैक्स ऑफ द मीडियम फ्रॉम द सरफेस ऑफ विच द रिफ्लैक्शन अकर बी N। उस जी सरफेस है जिसों रिफ्लैक्शन अकर कर रही है उसका रिफ्रैक्टिव इंडैक्स N है। तो कोफिशिएंट ऑफ रिफ्लैक्शन ऑफ एम्पलीट्यूड ऑफ इलैक्ट्रिक वेक्टर RE इज इक्वल्स टू 1 - N अपॉन 1 + N। अगर रिफ्लैक्शन हो रही है एट द इंटरफेस ऑफ द मीडियम ऑफ रिफ्रैक्टिव इंडिसेस N0 एंड NF then is N is equals to NF upon N0 then RE1 is equals to 1 - NF upon N0 is upon 1 + NF upon N0। अगर रिफ्लैक्शन हो रही है एट द इंटरफेस ऑफ मीडियम ऑफ रिफ्रैक्टिव इंडिसेस NS एंड NF then RE2 is equals to 1 - NS upon NF अपॉन 1 + NS अपॉन NF के इक्वल है। अगर इंटरफेरेंस है रिफ्लैक्टेड बीम सी वो कंप्लीटली हो रही है, ठीक है, दैन RE1 इज इक्वल्स टू RE2 के इक्वल है। दोनों इक्वल रखांगे NF upon N0 is equals to NS upon NF दे then NF square is equals to N0 into S and NF is equals to root N0 into NS। For air N0 is equals to 1 then NF is equals to root S के इक्वल है। अगर स्लैब हैगी है जी ग्लास तो मिलकर बनी है, ग्लास का रिफ्रैक्टिव इंडैक्स 1.5 है दैन ए वाली वैल्यू आप कैलकुलेट कर सकते हैं। नॉन रिफ्लैक्टिंग फिल्म दे विच जनरली जी अपीयर होएगी अपीयरेंस है जो उसकी परपल कलर की होएगी जो वाइट रिफ्लैक्टेड लाइट उसके उपर इंसीडेंट कर रही है जो आप वेख रहे हैं। तो लाइट हैगी जी मीडियम पार्ट दे विच विजिकल स्पैक्ट्रम दे विच एबसेंट होएगी ड्यू टू नॉन रिफ्लैक्शन के कारण एंड रिजल्टेंट कलर इज़ परपल।